ਬੇਅਦਬੀਆਂ ਤੇ ਬੇਅਦਬੀਆਂ ਹੋ ਰਹੀਆਂ ਨੇ ਪਰ ਤਫਤੀਸ਼ ਨਹੀਂ ਹੁੰਦੀ, ਇਨਕੁਆਇਰੀ ਪੂਰੀ ਨਹੀਂ ਹੁੰਦੀ। ਜਦੋਂ ਇੱਕ ਥਾਂ ਤੇ ਬੇਅਦਬੀ ਦੀ ਘਟਨਾ ਵਾਪਰੀ, ਜੇ ਉਹਦੇ ਤੇ ਬਣਦੀ ਕਾਰਵਾਈ ਹੋ ਜੇ ਤਾਂ ਭਵਿੱਖ ਦੇ ਵਿੱਚ ਜਿਹੜੇ ਉਹ ਗੁੰਡਾ ਅਨਸਰ ਨੇ, ਸਮਾਜ ਵਿਰੋਧੀ ਨੇ, ਉਹ 100 ਵਾਰ ਸੋਚਣਗੇ ਬੇਅਦਬੀ ਕਰਨ ਤੋਂ। 1986 ਦੇ ਵਿੱਚ ਵਾਪਰਿਆ ਨਕੋਦਰ ਕਾਂਡ, ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਨਾ ਤਾਂ ਉਸ ਟਾਈਮ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਹੋਈ ਆ। 2015 ਦੇ ਵਿੱਚ ਜਿਹੜਾ ਬੇਅਦਬੀ ਕਾਂਡ ਬਾਦਲਕਿਆਂ ਦੇ ਮੌਕੇ ਵਾਪਰਿਆ, ਉਹਦੇ ਵੀ ਅਜੇ ਘਟਨਾ ਦੇ ਮਾਸਟਰਮਾਈਂਡ ਤੱਕ ਨਹੀਂ ਪਹੁੰਚੀ ਹੋਈ। ਤੇ ਆਹ ਹੁਣ ਕੈਪਟਨ ਦੇ ਰਾਜ ਵਿੱਚ ਵੀ ਉਹੀ ਕੰਮ ਚੱਲ ਰਿਹਾ ਹੈ। ਇਸ ਸਮੇਂ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਬੇਅਦਬੀ ਕਰਨ ਵਾਲੇ ਗੁੰਡਾ ਅਨਸਰਾਂ ਦੀ ਪੂਰੀ ਪੁਸਤਪਨਾਹੀ ਕਰ ਰਿਹਾ ਹੁੰਦਾ ਹੈ। ਤੇ ਸ਼੍ਰੋਮਣੀ ਕਮੇਟੀ ਵਾਲੇ ਐਡੇ ਮਹਾਨਲਾਇਕ ਬੰਦੇ ਆ, ਉਹ ਇੱਥੇ ਕੀ ਪ੍ਰਬੰਧ ਕਰਨਗੇ? ਉਹਨਾਂ ਨੇ ਤਾਂ 328 ਸਰੂਪ ਉੱਥੇ ਆਪਣਾ ਜਿੱਥੇ ਮਹਾਰਾਜ ਜੀ ਦਾ ਛਪਾਈ ਹੁੰਦੀ ਆ ਉੱਥੇ ਨਹੀਂ ਉਹ ਪ੍ਰਬੰਧ ਕਰ ਸਕੇ ਕੋਈ। ਇਹਨਾਂ ਬੰਦਿਆਂ ਨੇ ਫਟਾਫਟ ਹਿੰਮਤ ਨਾਲ ਪਤਾ ਨਹੀਂ ਕੀ ਹੋਇਆ ਯਕਦਮ ਲੈ ਕੇ ਜੀ ਗੋਇੰਦਵਾਲ ਸਾਹਿਬ ਪਹੁੰਚਾ ਦਈਏ, ਗੋਇੰਦਵਾਲ ਸਾਹਿਬ ਪਹੁੰਚਾ ਦਈਏ। ਉਹ ਸੰਗਤ ਵਿੱਚ ਇਹ ਰੋਸ ਸੀਗਾ ਵੀ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ, ਤੁਸੀਂ ਸਾਨੂੰ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ, ਸਾਡੀ ਭਾਵਨਾ ਹੈ, ਆਸਥਾ ਹੈ। ਤਾਂ ਫਿਰ ਅਸੀਂ ਉੱਥੇ ਮੇਨ ਹਾਈਵੇ ਤੇ ਬਹਿ ਗਏ, ਉੱਥੇ ਐਸਐਸਪੀ ਸਾਹਿਬ ਵੀ ਆਏ, ਐਸਪੀ ਵੀ ਆਏ। ਮਤਲਬ ਸਾਡਾ ਬਹੁਤ ਇਸ ਗੱਲ ਤੇ ਸਾਰੀਆਂ ਜਥੇਬੰਦੀਆਂ ਦਾ, ਸਿੱਖਾਂ ਦਾ ਜ਼ੋਰ ਲਵਾਤਾ, ਇਸੇ ਗੱਲ ਤੇ ਲਵਾਤਾ। ਅਸੀਂ ਉਹ ਸਰੂਪ ਪਾਤਸ਼ਾਹ ਜੀ ਦੇ ਵਾਪਸ ਮੰਗਾਏ ਤੇ ਰਾਤ ਅਮਨ ਜੀ ਇੱਥੇ 11:30 ਦਾ ਵਕਤ ਸੀਗਾ। 11:30 ਰਾਤ ਨੂੰ ਵੱਜ ਗਏ ਜਦੋਂ ਮਹਾਰਾਜ ਦੇ ਸਰੂਪ ਆਏ ਆ। ਤੇ ਜਿਨ੍ਹਾਂ ਨੇ ਵੇਖਿਆ ਨਾ ਉਹ ਹਾਲ, ਜਦੋਂ ਸਰੂਪ ਪਾਤਸ਼ਾਹ ਜੀ ਦੇ ਦਰਸ਼ਨ ਕਰੇ, ਮੈਂ ਕਹਿੰਦਾ ਕੋਈ ਇੱਕ ਵੀ ਬੰਦਾ ਨਹੀਂ ਸੀ ਜਿਨ੍ਹਾਂ ਨੇ ਦਰਸ਼ਨ ਕਰੇ ਜਿਹੜਾ ਭੁੱਬਾਂ ਮਾਰ ਮਾਰ ਕੇ ਰੋਇਆ ਨਹੀਂ ਹੋਣਾ। ਵੀ ਇਹ ਹੁਣ ਤੁਸੀਂ ਚਾਹੁੰਦੇ ਕੀ ਹੋ ਸਿੱਖਾਂ ਤੋਂ? ਮਤਲਬ ਕਿਹੜੇ ਪਾਸੇ ਤੋਰਨਾ ਚਾਹੁੰਦੇ ਆ ਸਿੱਖਾਂ ਨੂੰ ਤੁਸੀਂ? ਜੇ ਆ ਪਹੁੰਚ ਜਾਣੀ ਹੈ ਵੀਡੀਓ ਤਾਂ ਇਹਨਾਂ ਤੱਕ ਪਹੁੰਚਾ ਦਿੰਦੇ ਇਹਨਾਂ ਦੇ ਚੇਲੇ ਚਪਟੇ। ਕੈਪਟਨ ਅਮਰਿੰਦਰ ਸਿੰਘ, ਜੇ ਮਾੜੀ ਮੋਟੀ ਵੀ ਤੇਰੇ ਅੰਦਰ ਜ਼ਮੀਰ ਜਾਗਦੀ ਹੈ ਨਾ, 1% ਵੀ ਜ਼ਮੀਰ ਹੈਗੀ ਹੈ, ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਜਦੋਂ ਤੁਹਾਡੇ ਘਰੇ ਰੋਟੀ ਨਹੀਂ ਸੀ ਪੱਕਦੀ, ਤੁਹਾਡੇ ਬਜ਼ੁਰਗ ਕਾਲਾ ਚੌਧਰੀ ਦੇ ਭਤੀਜੇ ਜਿਨ੍ਹਾਂ ਦੀ ਤੁਸੀਂ ਅੰਸ਼-ਵੰਸ਼ ਹੋ, ਉਹ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੋਲ ਆਏ, ਆਪਣਾ ਢਿੱਡ ਖੜਕਾਉਣ ਲੱਗ ਗਏ ਵੀ ਅਸੀਂ ਤਾਂ ਭੁੱਖੇ ਮਰਦੇ ਹਾਂ। ਤਾਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਕਿਹਾ, ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਨੂੰ ਕੋਈ ਤੋਟ ਨਹੀਂ ਆਊਗੀ। ਤੇ ਕੈਪਟਨ ਅਮਰਿੰਦਰ ਸਿੰਘ, ਅਸੀਂ ਸਾਰੀ ਕੌਮ ਤੁਹਾਡਾ ਧੰਨਵਾਦ ਕਰਦੀ ਹੈ ਜਦੋਂ 1984 ਦੇ ਮਸਲੇ ਤੇ ਤੁਸੀਂ ਅਸਤੀਫਾ ਦਿੱਤਾ। ਜਦੋਂ ਬਰਨਾਲਾ ਹਕੂਮਤ ਮੌਕੇ ਬਲੈਕ ਥੰਡਰ ਹੋਇਆ 1986 'ਚ, ਤਾਂ ਉਦੋਂ ਇਹਨੇ ਅਸਤੀਫਾ ਦਿੱਤਾ ਕੈਪਟਨ ਨੇ। ਲੋਕ ਸਤਿਕਾਰ ਕਰਦੇ ਆ, 2 ਵਾਰੀ ਮੁੱਖ ਮੰਤਰੀ ਵੀ ਬਣਾਤਾ। ਪਰ ਜੇ ਬੇਅਦਬੀ ਦੇ ਮਸਲੇ ਦੇ ਉੱਤੇ ਇਨਸਾਫ ਨਾ ਮਿਲਿਆ, ਐਂ ਤੁਸੀਂ ਸਿਆਸਤ ਕਰਦੇ ਰਹੇ ਇਕੱਲੀ ਵੋਟਾਂ ਬਟੋਰਨ ਦੇ ਲਈ, ਨਾ ਗੁਰੂ ਨੇ ਮਾਫ ਕਰਨਾ, ਨਾ ਤੁਹਾਨੂੰ ਕਿਸੇ ਹੋਰ ਨੇ ਮਾਫ ਕਰਨਾ। ਮੈਂ ਕਹਿੰਦਾ ਤੇਰਾ ਹਾਸ਼ਰ ਤੁਹਾਡੇ ਟੱਬਰ ਦਾ ਬਹੂ ਬਰਨਾਲੇ ਪਰਿਵਾਰ ਵਰਗਾ। ਉਹ ਜਿਹੜਾ ਜਵਾਈ ਬਣਾ ਕੇ ਰੱਖਿਆ ਸਰਕਾਰਾਂ ਨੇ ਆਪਣਾ, ਮੈਨੂੰ ਸ਼ਰਮ ਆਉਂਦੀ ਹੈ ਸ਼ਬਦ ਬੋਲਦੇ ਆ, ਪਰ ਐਡੀਆਂ ਹਰਕਤਾਂ ਸੌਦਾ ਸਾਧ ਦੇ। ਸਾਡੇ ਤਾਂ ਸਿੱਖਾਂ ਦੇ ਤਾਂ ਪਾਰ ਦੇ ਚੱਡੇ ਜੀ ਇਹ ਹੈ। ਕੋਈ ਫਾਜੇ ਬੁਰਜ ਜਵਾਰ ਸਿੰਘ ਵਾਲਾ ਸਾਡਾ ਬੇਕਸੂਰ ਵੀਰ ਹੈ ਗੋਰਾ ਸਿੰਘ, ਉਹਦੇ ਉਹ ਕਹਿਰ ਢਾਇਆ, ਉਹਦੇ ਇਕੱਲੇ ਤੇ ਨਹੀਂ, ਉਹਦੀ ਪਤਨੀ ਤੇ, ਉਸ ਭੈਣ ਦੇ ਉੱਤੇ ਇੰਨਾ ਕਹਿਰ ਢਾਇਆ ਕਿ ਉਹਦੀ ਬੱਚੇਦਾਨੀ ਤੱਕ ਪ੍ਰੋਬਲਮ ਆ ਗਈ ਸੀਗੀ ਹੈ। ਤੇ ਜੇ ਕੋਈ ਦੂਜਾ ਇਹਨਾਂ ਦਾ ਡੇਰਾ ਪ੍ਰੇਮੀ ਆ, ਕੋਈ ਦੂਜਾ, ਉਹਨਾਂ ਨੂੰ ਐਂ ਸੇਵਾ ਕਰਦੇ ਆ, ਪੂਰੀ ਉਹਨਾਂ ਦੀ ਸੰਭਾਲ ਕਰਦੇ ਆ। ਕੀ ਮਜਬੂਰੀ ਹੈ ਕੈਪਟਨ ਅਮਰਿੰਦਰ ਸਿੰਘ ਦੀ? ਪ੍ਰੋਡਕਸ਼ਨ ਬਰੰਟ ਤੇ ਉਹਨੂੰ ਸੱਦਿਆ ਨਹੀਂ ਜਾ ਸਕਦਾ? ਉਹਨੂੰ ਬਲਾਤਕਾਰੀ ਨੂੰ, ਕਾਤਲ ਨੂੰ, ਜਿਹਨੇ ਕਿੰਨੇ ਸੈਂਕੜੇ ਲੋਕਾਂ ਨੂੰ ਨਪੁੰਸਕ ਬਣਾਤਾ। ਇਹ ਇਹੋ ਜਿਹੇ ਰਾਖਸ਼, ਇਹੋ ਜਿਹੇ ਅੱਤਵਾਦੀ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਪੁੱਛਦਾ, ਬਾਦਲਕਿਆਂ ਨੂੰ ਪੁੱਛਦਾ, ਜਿਨ੍ਹਾਂ ਨੇ ਕੰਡੇ ਬੀਜੇ ਨੇ, ਜਿਹੜੇ ਹਰੇਕ ਡੇਰੇਦਾਰ ਦੇ ਗਿੱਟਿਆਂ 'ਚ ਜਾ ਕੇ ਬਹਿ ਜਾਂਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਵੇਂ ਅੱਕ ਲਾਉਂਦੇ ਆ ਕਿ ਬਾਦਲ ਤੇ ਕੈਪਟਨ ਉਹ ਦੁਸ਼ਟੋ, ਉਹ ਗਦਾਰੋ, ਉਹ ਡੋਗਰਿਓ, ਤੁਹਾਡੀ ਕੀ ਮਜਬੂਰੀ ਹੈ ਇਹੋ ਜਿਹੇ ਅੱਤਵਾਦੀਆਂ ਨੂੰ ਪੰਜਾਬ 'ਚ ਜੜ੍ਹਾਂ ਲਵਾਉਣ ਦੀ? ਹਜੇ ਵੀ ਬਾਦਲ ਦੇ ਮੂੰਹੋਂ ਦਿਖਾਓ ਸੌਦਾ ਸਾਧ ਬਾਰੇ ਇੱਕ ਸ਼ਬਦ ਬੋਲਿਆ ਹੋਵੇ, ਸੁਖਵੀਰ ਬੋਲਿਆ ਹੋਵੇ, ਜਾਂ ਇਹ ਬੋਲਿਆ ਹੋਵੇ ਕੈਪਟਨ। ਅਜੇ ਤੱਕ ਇਹਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਢੀਠ ਨੂੰ। ਉਦੋਂ ਵੱਧ ਸਾਡੀ ਜਨਤਾ ਨਲਾਇਕ ਹੈ, ਜਿਹੜੇ ਇਹੋ ਜਿਹੇ ਅਯਾਸ਼ੀਆਂ ਨੂੰ, ਨਲਾਇਕਾਂ ਨੂੰ, ਜਿਹੜੇ ਗੁੰਡਾ ਅਨਸਰਾਂ ਨੂੰ ਸਹਿ ਦਿੰਦੇ ਨੇ, ਉਹਨਾਂ ਦੇ ਮਗਰ ਫੇਰ ਇਹੀ ਦੇਖਿਓ ਫੋਟੋਆਂ ਖਿਚਾਉਣਗੇ, ਸ਼ਰਾਬਾਂ ਦੀਆਂ ਬੋਤਲਾਂ ਪਿੱਛੇ ਵੋਟਾਂ ਪਾਉਣਗੇ। ਸੋ ਅਸੀਂ ਛਿੱਤਰਾਂ ਦੇ ਲਾਇਕ ਆ ਤੇ ਸਾਡੇ ਪੈ ਰਹੇ ਆ ਜੀ। ਬਾਦਲਾਂ ਦੀ ਤੁਸੀਂ ਗੱਲਬਾਤ ਬਾਰ-ਬਾਰ ਕਰਦੇ ਹੁੰਦੇ ਹੋ, ਪਰ ਬਾਦਲ ਪਰਿਵਾਰ ਕਹਿ ਰਿਹਾ ਕਿ ਅਸੀਂ ਸਿੱਖ ਧਰਮ ਨਾਲ ਜੁੜੇ ਹੋਏ ਹਾਂ, ਅਸੀਂ ਡੇਲੀ ਪਾਠ ਕਰਦੇ ਹਾਂ, ਪੂਰੇ ਮਤਲਬ ਕਿਤੇ ਨਾ ਕਿਤੇ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਾਂ, ਵੀ ਅਸੀਂ ਸਿੱਖ ਹਾਂ। ਵੀ ਕੈਪਟਨ ਸਾਹਿਬ ਦੋਸ਼ੀਆਂ ਨੂੰ ਸਜ਼ਾ ਦੇਣ, ਚਲੋ ਸਾਡੀ ਸਰਕਾਰ ਤਾਂ ਲੰਘੀ ਸੀ, ਕੈਪਟਨ ਸਾਹਿਬ ਦਾ ਫਰਜ਼ ਬਣਦਾ। ਕੈਪਟਨ ਦਾ ਫਰਜ਼ ਬਣਦਾ, ਉਹਨੂੰ ਵੀ ਆਪਾਂ ਲਾਹਣਤਾਂ ਪਾਉਂਦੇ ਹਾਂ ਰੱਜ ਕੇ। ਤੇ ਬਾਦਲਕਿਆਂ ਦਾ ਫਰਜ਼ ਡਬਲ ਇਸ ਕਰਕੇ ਬਣਦਾ, ਉਹ ਪੰਥ ਦੇ ਵੀ ਨਾਲ ਠੇਕੇਦਾਰ ਨੇ, ਗੁਰਦੁਆਰਿਆਂ ਦੀਆਂ ਗੋਲਕਾਂ ਵੀ ਉਹਨਾਂ ਕੋਲ ਨੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅਸੀਂ ਪਿੰਡ ਜੌਲੀਆਂ 'ਚ ਮੌਜੂਦ ਹਾਂ।
ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦਾ ਪਿੰਡ ਜੌਲੀਆਂ, ਜਿੱਥੇ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਔਰਤ ਵੱਲੋਂ ਤੇਲ ਦਾ ਛਿੜਕਾਅ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਂਟ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਜਲਾ ਦਿੱਤਾ ਗਿਆ, ਜਿਸ ਵਿੱਚ ਏਸੀਆਂ ਤੱਕ ਕੋਈ ਵੀ ਚੀਜ਼ ਨਹੀਂ ਰਹੀ। ਪੂਰਾ ਅਗਨ ਭੇਂਟ ਹੋ ਚੁੱਕਿਆ ਸੀ ਸ੍ਰੀ ਦਰਬਾਰ ਸਾਹਿਬ। ਪਹਿਲਾਂ ਵੀ ਤੁਸੀਂ ਤਸਵੀਰਾਂ ਦੇਖੀਆਂ ਨੇ। ਉਸ ਜਗ੍ਹਾ ਪਿੰਡ ਜੌਲੀਆਂ ਦੇ ਦਰਬਾਰ ਸਾਹਿਬ ਵਿਖੇ ਅੱਜ ਵੱਡਾ ਇਕੱਠ ਹੋਇਆ, ਸਿੱਖ ਜਥੇਬੰਦੀਆਂ ਪਹੁੰਚੀਆਂ। ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਸਿੱਖ ਸੰਗਤ ਮੌਜੂਦ ਆ। ਇੱਥੇ ਅਰਦਾਸ ਵੀ ਕੀਤੀ ਗਈ ਆ ਅਤੇ ਵੱਡੇ ਫੈਸਲੇ ਲਏ ਗਏ ਨੇ ਕਿ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਸਹੀ ਤਰੀਕੇ ਨਾਲ ਕੰਮ ਕਰਦਾ। ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ, ਪਰ ਤਫਤੀਸ਼ ਨਹੀਂ ਹੁੰਦੀ, ਇਨਕੁਆਇਰੀ ਨਹੀਂ ਹੁੰਦੀ। ਸੋ ਦਰਬਾਰੇ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਸਾਡੇ ਨਾਲ ਮੌਜੂਦ ਨੇ, ਕਰਾਂਗੇ ਗੱਲਬਾਤ। ਮਾਝੀ ਸਾਹਿਬ, ਕਿਵੇਂ ਦੇਖਦੇ ਹੋ? ਬੇਅਦਬੀਆਂ ਤੇ ਬੇਅਦਬੀਆਂ ਹੋ ਰਹੀਆਂ ਨੇ, ਪਰ ਤਫਤੀਸ਼ ਨਹੀਂ ਹੁੰਦੀ, ਇਨਕੁਆਇਰੀ ਪੂਰੀ ਨਹੀਂ ਹੁੰਦੀ, ਕੀ ਲੱਗਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਦੋਂ ਇੱਕ ਥਾਂ ਤੇ ਬੇਅਦਬੀ ਦੀ ਘਟਨਾ ਵਾਪਰੀ, ਜੇ ਉਹਦੇ ਤੇ ਬਣਦੀ ਕਾਰਵਾਈ ਹੋ ਜੇ ਤਾਂ ਭਵਿੱਖ ਦੇ ਵਿੱਚ ਜਿਹੜੇ ਉਹ ਗੁੰਡਾ ਅਨਸਰ ਨੇ, ਸਮਾਜ ਵਿਰੋਧੀ ਨੇ, ਉਹ 100 ਵਾਰ ਸੋਚਣਗੇ ਬੇਅਦਬੀ ਕਰਨ ਤੋਂ। ਪਰ ਜਦੋਂ ਇੱਥੋਂ ਦਾ ਸਾਰਾ ਸਿਸਟਮ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, 1986 ਦੇ ਵਿੱਚ ਵਾਪਰਿਆ ਨਕੋਦਰ ਕਾਂਡ, ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਨਾ ਤਾਂ ਉਸ ਟਾਈਮ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਹੋਈ ਆ। 2015 ਦੇ ਵਿੱਚ ਜਿਹੜਾ ਬੇਅਦਬੀ ਕਾਂਡ ਬਾਦਲਕਿਆਂ ਦੇ ਮੌਕੇ ਵਾਪਰਿਆ, ਉਹਦੇ ਵੀ ਅਜੇ ਘਟਨਾ ਦੇ ਮਾਸਟਰਮਾਈਂਡ ਤੱਕ ਨਹੀਂ ਪਹੁੰਚੀ ਹੋਈ। ਤੇ ਆ ਹੁਣ ਕੈਪਟਨ ਦੇ ਰਾਜ ਵਿੱਚ ਵੀ ਉਹੀ ਕੰਮ ਚੱਲ ਰਿਹਾ। ਸੋ ਇਹ ਬਹੁਤ ਸ਼ਰਮਨਾਕ ਗੱਲਾਂ ਨੇ। ਇਹਦਾ ਕਾਰਨ ਇਹ ਹੈ ਕਿ ਇੱਥੋਂ ਦਾ ਜਿਹੜਾ ਸਿਸਟਮ ਹੈ, ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਬੇਅਦਬੀ ਕਰਨ ਵਾਲੇ ਗੁੰਡਾ ਅਨਸਰਾਂ ਦੀ ਪੂਰੀ ਪੁਸ਼ਤਪਨਾਹੀ ਕਰ ਰਿਹਾ ਹੁੰਦਾ ਹੈ। ਹੁਣ ਜਿਵੇਂ ਜੌਲੀਆਂ ਪਿੰਡ ਦੇ ਵਿੱਚ ਇੱਕ ਬੀਬੀ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਤਾ, ਕੀ ਉਹਦਾ ਹੌਸਲਾ ਪੈ ਸਕਦਾ ਸੀਗਾ ਇਸ ਤਰ੍ਹਾਂ ਕਰਨ ਦਾ? ਇਹ ਬਿਨਾਂ ਮਾਸਟਰਮਾਈਂਡ ਤੋਂ, ਬਿਨਾਂ ਪਲੈਨਿੰਗ ਤੋਂ ਇਹ ਕੁਝ ਨਹੀਂ ਹੋਇਆ। ਇਹ ਸਾਡੀਆਂ, ਕਹਿ ਲਓ ਵੀ, ਇਹ ਸਰਕਾਰਾਂ ਦੀਆਂ ਵੀ ਨਲਾਇਕੀਆਂ ਨੇ, ਤੇ ਸਭ ਤੋਂ ਵੱਡੀ ਨਲਾਇਕੀ ਸਾਡੀ ਆਪਣੀ ਵੀ ਹੈ। ਅਸੀਂ ਗੁਰਦੁਆਰਾ ਸਾਹਿਬ ਤਾਂ ਇੱਕ ਪਿੰਡ ਵਿੱਚ 4-4, 5-5 ਬਣਾ ਲਏ ਪ੍ਰਧਾਨਗੀਆਂ ਦੇ ਚੱਕਰ ਦੇ ਵਿੱਚ, ਤੇ ਉੱਥੇ ਅਸੀਂ ਪਰਮਾਨੈਂਟ ਜੇ ਪਹਿਰੇ ਨਹੀਂ ਲਾ ਸਕਦੇ ਤੇ ਫਿਰ ਕਾਹਦੇ ਵਾਸਤੇ ਅਸੀਂ ਇਹ ਲੀਡਰੀਆਂ ਚਮਕਾਉਣ ਵਾਸਤੇ ਗੁਰਦੁਆਰਾ ਹੁੰਦੇ ਆ? ਗੁਰਦੁਆਰਾ ਸਿੱਖੀ ਦੀ ਸੇਵਾ ਕਰਨੀ ਹੈ, ਇਹਦੇ ਲਈ ਤਾਂ ਪੰਥ ਬਸੇ ਮੈਂ ਉੱਜਣਾ, ਮਨ ਚਾਹੋ ਘਨੇਰਾ। ਇਹ ਤਾਂ ਇਹ ਗੱਲ ਹੋਣੀ ਚਾਹੀਦੀ ਹੈ। ਪਰ ਇੱਥੇ ਚੌਧਰਾਂ ਦੇ ਚੱਕਰ 'ਚ ਇੱਕ ਥਾਂ ਤੇ ਕੋਈ ਪ੍ਰਧਾਨਗੀ ਨਹੀਂ ਮਿਲਦੀ, ਦੂਜੇ ਥਾਵੇਂ ਨਵਾਂ ਝੰਡਾ ਚਾੜ੍ਹ ਦਿੰਦੇ ਆ। ਤੇ ਸ਼੍ਰੋਮਣੀ ਕਮੇਟੀ ਵਾਲੇ ਐਡੇ ਮਹਾਨਲਾਇਕ ਬੰਦੇ ਆ, ਉਹ ਇੱਥੇ ਕੀ ਪ੍ਰਬੰਧ ਕਰਨਗੇ? ਉਹਨਾਂ ਨੇ ਤਾਂ 328 ਸਰੂਪ ਉੱਥੇ ਆਪਣਾ, ਜਿੱਥੇ ਮਹਾਰਾਜ ਜੀ ਦਾ ਛਪਾਈ ਹੁੰਦੀ ਆ, ਉੱਥੇ ਨਹੀਂ ਉਹ ਪ੍ਰਬੰਧ ਕਰ ਸਕੇ ਕੋਈ। ਸੋ ਤਾਂ ਕੁੱਲ ਮਿਲਾ ਕੇ ਵਿਰੋਧੀ ਭੂਮਿਕਾ ਹੀ ਨਿਭਾ ਰਹੇ ਆ ਜੀ। ਵੈਸੇ ਮਾਝੀ ਸਾਹਿਬ, ਜੋ ਵੀ ਇੱਥੇ ਜੌਲੀਆਂ 'ਚ ਘਟਨਾ ਹੋਈ, ਕੱਲ ਗ੍ਰਿਫਤਾਰੀ ਵੀ ਹੋ ਗਈ ਉਹ ਔਰਤ ਦੀ। ਉਸ ਤੋਂ ਬਾਅਦ ਤੁਸੀਂ ਨੈਸ਼ਨਲ ਹਾਈਵੇ ਚੰਡੀਗੜ੍ਹ ਬਠਿੰਡਾ ਜਾਮ ਕੀਤਾ, ਉਹ ਕਿਉਂ ਲੋੜ ਪੈਗੀ ਜਾਮ ਕਰਨ ਦੀ? ਉਹ ਜੀ, ਮੈਂ ਕੱਲ ਬਹੁਤ ਲੇਟ ਮੈਨੂੰ ਪਤਾ ਲੱਗਿਆ, ਮੈਂ ਸਿੱਧਾ ਉੱਥੇ ਪਹੁੰਚਿਆ ਭਵਾਨੀਗੜ੍ਹ। ਜਿੰਨੀ ਉੱਥੇ ਸੰਗਤ, ਜਿੰਨੇ ਨੌਜਵਾਨ ਕਹਿੰਦੇ ਵੀ ਜਿਹੜੇ ਪਾਵਨ ਸਰੂਪ ਮਹਾਰਾਜ ਜੀ ਦੀ, ਜਿਨ੍ਹਾਂ ਦੀ ਬੇਅਦਬੀ ਹੋਈ ਆ, ਉਹ ਇਸ ਤਰੀਕੇ ਨਾਲ ਛੇਤੀ ਨਾਲ ਸ਼੍ਰੋਮਣੀ ਕਮੇਟੀ ਦੇ ਇੱਥੇ ਕੁਝ ਸਾਡੇ ਮੈਂਬਰ ਨੇ ਲੋਕਲ, ਤੇਜਾ ਕਮਾਲਪੁਰ ਤੇ ਕੋਈ ਹੋਰ ਵੀ ਹੈ ਨਾਲ, ਉਹ ਹੋਊਗਾ ਕੌਣ ਹੈ, ਭਲਵਾਨ ਹੈ। ਇਹਨਾਂ ਬੰਦਿਆਂ ਨੇ ਫਟਾਫਟ ਹਿੰਮਤ ਨਾਲ, ਪਤਾ ਨਹੀਂ ਕੀ ਹੋਇਆ, ਯਕਦਮ ਲੈ ਗਏ ਜੀ ਗੋਇੰਦਵਾਲ ਸਾਹਿਬ ਪਹੁੰਚਾ ਦਈਏ, ਗੋਇੰਦਵਾਲ ਸਾਹਿਬ ਪਹੁੰਚਾ ਦਈਏ। ਉਹ ਸੰਗਤ ਵਿੱਚ ਇਹ ਰੋਸ ਸੀਗਾ ਵੀ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ, ਤੁਸੀਂ ਸਾਨੂੰ, ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ, ਸਾਡੀ ਭਾਵਨਾ ਹੈ, ਆਸਥਾ ਹੈ। ਤਾਂ ਫਿਰ ਅਸੀਂ ਉੱਥੇ ਮੇਨ ਹਾਈਵੇ ਤੇ ਬਹਿ ਗਏ। ਉੱਥੇ ਐਸਐਸਪੀ ਸਾਹਿਬ ਵੀ ਆਏ, ਐਸਪੀ ਵੀ ਆਏ। ਮਤਲਬ ਸਾਡਾ ਬਹੁਤ ਇਸ ਗੱਲ ਤੇ ਸਾਰੀਆਂ ਜਥੇਬੰਦੀਆਂ ਦਾ, ਸਿੱਖਾਂ ਦਾ ਜ਼ੋਰ ਲਵਾਤਾ, ਇਸੇ ਗੱਲ ਤੇ ਲਵਾਤਾ। ਅਸੀਂ ਉਹ ਸਰੂਪ ਪਾਤਸ਼ਾਹ ਜੀ ਦੇ ਵਾਪਸ ਮੰਗਾਏ। ਤੇ ਰਾਤ, ਅਮਨ ਜੀ, ਇੱਥੇ 11:30 ਦਾ ਵਕਤ ਸੀਗਾ। 11:30 ਰਾਤ ਨੂੰ ਵੱਜ ਗਏ ਜਦੋਂ ਮਹਾਰਾਜ ਦੇ ਸਰੂਪ ਆਏ ਆ। ਤੇ ਜਿਨ੍ਹਾਂ ਨੇ ਵੇਖਿਆ ਨਾ ਉਹ ਹਾਲ, ਜਦੋਂ ਸਰੂਪ ਪਾਤਸ਼ਾਹ ਜੀ ਦੇ ਦਰਸ਼ਨ ਕਰੇ, ਮੈਂ ਕਹਿੰਦਾ ਕੋਈ ਇੱਕ ਵੀ ਬੰਦਾ ਨਹੀਂ ਸੀ ਜਿਨ੍ਹਾਂ ਨੇ ਦਰਸ਼ਨ ਕਰੇ ਜਿਹੜਾ ਭੋਬਾਂ ਮਾਰ ਕੇ ਰੋਇਆ ਨਹੀਂ ਹੋਣਾ। ਕਿ ਗੁਰੂ, ਉਹ ਗੁਰੂ ਜਿੱਥੋਂ ਅਸੀਂ ਸਭ ਕੁਝ ਮੰਗਦੇ ਹਾਂ, ਜਿਹੜਾ ਸਾਡਾ ਸਮਰੱਥ ਹੈ, ਜਿਹਨੂੰ ਅਸੀਂ ਮਤਲਬ ਕਿਵੇਂ ਆਪਾਂ ਸੰਭਾਲ ਕਰਦੇ ਹਾਂ ਸਾਰਾ ਪਤਾ ਹੀ ਹੈ। ਹੱਥ ਵੀ ਅਸੀਂ ਸਾਫ਼ ਕਰਕੇ ਧੋ ਕੇ, ਇੱਥੋਂ ਤੱਕ ਮੈਂ ਕਹਿੰਦਾ ਕੋਈ ਜਿਹੜਾ ਨਸ਼ਈ ਬੰਦਾ ਹੈ, ਉਹ ਗੁਰਦੁਆਰਾ ਸਾਹਿਬ ਵਾਲੀ ਗਲੀ 'ਚ ਨਹੀਂ ਵੜਦਾ ਛੇਤੀ। ਜਿਹੜੇ ਸ਼ਰਾਬੀ ਹੈ ਨਾ ਜੀ, ਜਦੋਂ ਜੇ ਪੈਗ ਲਾ ਲੈਣ, ਉਹ ਗੁਰਦੁਆਰਾ ਸਾਹਿਬ ਵਾਲੀ ਗਲੀ 'ਚ ਨਹੀਂ ਵੜਦੇ ਵੀ ਨਾ ਇਹ ਗੁਰੂ ਘਰ ਹੈ, ਆਪਾਂ ਸਵੇਰੇ ਇਸ਼ਨਾਨ ਕਰਕੇ ਜਾਵਾਂਗੇ। ਤੇ ਉੱਥੇ ਜਿਵੇਂ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਤੇ ਐਡੂ ਵੱਡੀ ਦੁਖਦਾਇਕ ਘਟਨਾ ਕੋਈ ਹੋ ਨਹੀਂ ਸਕਦੀ। ਐਡੀ ਹਿੰਮਤ ਕਿਵੇਂ ਪੈ ਗਈ? ਗੱਲ ਉਹੀ ਆ ਵੀ ਇੰਨਾ ਸਤਿਕਾਰ ਕਰਦੇ ਆ ਆਪਾਂ, ਸੀਸ ਝੁਕਾ ਕੇ, ਆਪਣਾ ਸਿਰ ਝੁਕਾ ਕੇ ਲੰਘਦੇ ਆ ਜਦੋਂ ਵੀ ਜਾਂਦੇ ਆ, ਇੰਨੀ ਹਿੰਮਤ ਕਿਵੇਂ ਪੈ ਗਈ? ਜਿਹੜੀ ਹਿੰਮਤ ਉਹੀ ਹੈ ਨਾ ਜੀ, ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹਿੰਮਤ ਕਿਵੇਂ ਪੈ ਗਈ? ਜੇ ਸਰਕਾਰੀ ਸਰਪ੍ਰਸਤੀ ਨਹੀਂ ਹੈਗੀ
ਤਾਂ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਸਖਤ ਕਾਰਵਾਈ ਕਰਨ। ਉਹਨਾਂ ਦਾ ਟਵੀਟ ਤੱਕ ਨਹੀਂ ਆਉਂਦਾ ਹੈਗਾ ਤੇ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਕਹਿਣ ਸਖਤੀ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਸ ਪਿੰਡ ਦੇ ਨੌਜਵਾਨਾਂ ਨੂੰ ਮੈਂ ਸਲੂਟ ਕਰਦਾ। ਦੇਖੋ ਇਹ ਘਟਨਾ ਦਾ ਬਾਬਰ ਕੀ ਦੁੱਖ ਦਾ ਨਿਭਾਗਾ ਪਿੰਡ ਹੈ ਜਿੱਥੇ ਇਹ ਕੁਝ ਹੋ ਗਿਆ, ਪਰ ਇੱਥੋਂ ਜਦੋਂ ਨੌਜਵਾਨਾਂ ਨੂੰ ਲੱਗਿਆ ਪਤਾ 6 ਸਰੂਪ ਸੀਗੇ ਮਹਾਰਾਜ ਦੇ ਸੁਖਾਸਨ ਸਥਾਨ ਤੇ ਪਏ ਸੀ, ਉਹ ਲਾਟਾਂ ਉਧਰ ਨੂੰ ਜਾ ਰਹੀਆਂ ਸੀ ਬਈ ਇਹਨਾਂ ਨੇ ਬਿਲਕੁਲ ਆਪਣੀ ਪਰਵਾਹ ਨਹੀਂ ਕੀਤੀ ਜਾਣ ਦੀ। ਮੱਚਦੀ ਅੱਗ ਦੇ ਵਿੱਚੋਂ 6 ਸਰੂਪ ਮਹਾਰਾਜ ਦੇ ਉੱਥੇ ਸਾਰਾ ਪ੍ਰਬੰਧ ਕਰ ਲਿਆ, ਪਾਣੀ ਦਾ ਸਾਰਾ ਪਿੰਡ ਲੱਗ ਗਿਆ। ਮਤਲਬ ਇਹਨਾਂ ਨੇ ਬਹੁਤ ਫਿਰ ਵੀ ਹਿੰਮਤ ਕੀਤੀ। ਇਹ ਜ਼ਰੂਰ ਸਾਡੀ ਇਹ ਮੈਂ ਕਹਿੰਦਾ ਕੱਲੇ ਦੀ ਨਲਾਇਕੀ ਹੈ ਵੀ ਅਸੀਂ ਪਰਮਾਨੈਂਟ ਪਹਿਰੇ ਕਿਉਂ ਨਹੀਂ ਲਾਉਂਦੇ। ਇਹਦੇ ਪਿੱਛੇ ਜਿਹੜਾ ਕਾਰਨ ਹੈ ਜੀ ਮਾਸਟਰਮਾਈਂਡ ਤੱਕ ਪਹੁੰਚ ਹੁੰਦੀ ਨਹੀਂ ਤਾਂ ਫਿਰ ਕੁਝ ਨਹੀਂ ਬਣਦਾ। ਇੱਥੇ ਰਾਮਪੁਰਾ ਨੇੜੇ ਹੈ ਭਵਾਨੀਗੜ੍ਹ ਦੇ, ਮਾਮਨ ਜੀ ਤੁਸੀਂ ਵੀ ਪਹੁੰਚੇ ਸੀ ਉਦੋਂ। ਬਿਲਕੁਲ ਆਹ ਸਾਲ 'ਚ ਮਤਲਬ ਦੂਜੀ ਘਟਨਾ ਹੋ ਗਈ ਇਹਦੇ ਵਿੱਚ। ਇੱਥੇ ਨੇੜੇ ਸਾਰਾ 12 ਕਿਲੋਮੀਟਰ ਤੇ ਹੋਊਗਾ ਰਾਮਪੁਰਾ। ਉੱਥੇ ਇੱਕ ਛੋਟੀ ਬੱਚੀ 10-11 ਸਾਲ ਦੀ ਨੇ ਅੰਕ ਪਾੜ ਦਿੱਤੇ। ਅਸੀਂ ਪ੍ਰਸ਼ਾਸਨ ਨੂੰ ਕਿਹਾ ਦੇ ਪਿੱਛੇ ਕੋਈ ਜਵਾਕ ਕੁਛ ਨਾ ਹੋਊਗਾ, ਮਾਸਟਰਮਾਈਂਡ ਦਾ ਹੋਊਗਾ, ਨਹੀਂ ਜੀ ਐ ਨਹੀਂ ਉੱਦਾਂ ਹੀ ਰਫਾ ਦਫਾ ਕੰਮ ਹੋ ਗਿਆ। ਅਸੀਂ ਤਾਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਬੇਨਤੀਆਂ ਕਰਦੇ ਹਾਂ, ਤਰਲੇ ਕਰਦੇ ਹਾਂ ਵੀ ਇਹ ਹੁਣ ਤੁਸੀਂ ਚਾਹੁੰਦੇ ਕੀ ਹੋ ਸਿੱਖਾਂ ਤੋਂ, ਮਤਲਬ ਕਿਹੜੇ ਪਾਸੇ ਤੋਰਨਾ ਚਾਹੁੰਦੇ ਆ ਸਿੱਖਾਂ ਨੂੰ ਤੁਸੀਂ। ਬਾਰ-ਬਾਰ ਅਸੀਂ ਪੀਸਫੁਲੀ ਰਹਿ ਕੇ ਸ਼ਾਂਤਮਈ ਰਹਿ ਕੇ ਰੋਸ ਜਤਾਉਂਦੇ ਆ, ਕਹਿੰਦੇ ਆ ਵੀ ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਸੋ ਇਹ ਬਹੁਤ ਦੁਖਦਾਇਕ ਨੇ ਜੀ। ਪਰ ਮੈਂ ਅੱਜ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜ਼ਰੂਰ ਯਾਦ ਕਰਵਾਉਣਾ ਚਾਹੁੰਦਾ ਕਿ ਆਪਣੇ ਪਿਛੋਕੜ ਨੂੰ ਯਾਦ ਕਰ ਲਓ। ਤੁਹਾਡੇ ਘਰੇ ਤਾਂ ਅਮਰਿੰਦਰ ਸਿੰਘ ਅੱਜ ਤੂੰ ਰਾਜਾ ਬਣ ਕੇ ਬੈਠਾ ਨਾ, ਰਾਜਾ, ਤੇ ਤੁਹਾਡੇ ਘਰੇ ਤਾਂ ਕਦੇ ਰੋਟੀ ਵੀ ਨਹੀਂ ਸੀ ਪੱਕਦੀ, ਤੁਹਾਡੇ ਤਾਂ ਚੁੱਲ੍ਹੇ ਠੰਡੇ ਪਏ ਸੀ। ਜਦੋਂ ਤੁਹਾਡੇ ਬਜ਼ੁਰਗ ਜੇ ਆ ਪਹੁੰਚ ਜਾਣੀ ਹੈ ਵੀਡੀਓ ਤਾਂ ਇਹਨਾਂ ਤੱਕ ਪਹੁੰਚਾ ਦਿੰਦੇ ਇਹਨਾਂ ਦੇ ਚੇਲੇ ਚਪਟੇ। ਕੈਪਟਨ ਅਮਰਿੰਦਰ ਸਿੰਘ ਜੇ ਮਾੜੀ ਮੋਟੀ ਵੀ ਤੇਰੇ ਅੰਦਰ ਜ਼ਮੀਰ ਜਾਗਦੀ ਹੈ ਨਾ, 1% ਵੀ ਜ਼ਮੀਰ ਹੈਗੀ ਹੈ ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਜਦੋਂ ਤੁਹਾਡੇ ਘਰੇ ਰੋਟੀ ਨਹੀਂ ਸੀ ਪੱਕਦੀ, ਤੁਹਾਡੇ ਬਜ਼ੁਰਗ ਕਾਲਾ ਚੌਧਰੀ ਦੇ ਭਤੀਜੇ ਜਿਨ੍ਹਾਂ ਦੀ ਤੁਸੀਂ ਅੰਸ਼-ਵੰਸ਼ ਹੋ, ਉਹ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੋਲ ਆਏ, ਆਪਣਾ ਢਿੱਡ ਖੜਕਾਉਣ ਲੱਗ ਗਏ ਵੀ ਅਸੀਂ ਤਾਂ ਭੁੱਖੇ ਮਰਦੇ ਹਾਂ। ਤਾਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੇ ਕਿਹਾ ਗੁਰੂ ਘਰ ਨੂੰ ਸਮਰਪਿਤ ਰਹੋ, ਤੁਹਾਨੂੰ ਕੋਈ ਤੋਟ ਨਹੀਂ ਆਊਗੀ। ਤੇ ਕੈਪਟਨ ਅਮਰਿੰਦਰ ਸਿੰਘ ਅਸੀਂ ਸਾਰੀ ਕੌਮ ਤੁਹਾਡਾ ਧੰਨਵਾਦ ਕਰਦੀ ਹੈ। ਜਦੋਂ 1984 ਦੇ ਮਸਲੇ ਤੇ ਤੁਸੀਂ ਅਸਤੀਫਾ ਦਿੱਤਾ, ਜਦੋਂ ਬਰਨਾਲਾ ਹਕੂਮਤ ਮੌਕੇ ਬਲੈਕ ਥੰਡਰ ਹੋਇਆ 1986 'ਚ, ਤਾਂ ਉਦੋਂ ਇਹਨੇ ਅਸਤੀਫਾ ਦਿੱਤਾ ਕੈਪਟਨ ਨੇ। ਲੋਕ ਸਤਿਕਾਰ ਕਰਦੇ ਆ, 2 ਵਾਰੀ ਮੁੱਖ ਮੰਤਰੀ ਵੀ ਬਣਾਤਾ। ਪਰ ਜੇ ਬੇਅਦਬੀ ਦੇ ਮਸਲੇ ਦੇ ਉੱਤੇ ਇਨਸਾਫ ਨਾ ਮਿਲਿਆ, ਐਂ ਤੁਸੀਂ ਸਿਆਸਤ ਕਰਦੇ ਰਹੇ ਇਕੱਲੀ ਵੋਟਾਂ ਬਟੋਰਨ ਦੇ ਲਈ, ਨਾ ਗੁਰੂ ਨੇ ਮਾਫ ਕਰਨਾ, ਨਾ ਤੁਹਾਨੂੰ ਕਿਸੇ ਹੋਰ ਨੇ ਮਾਫ ਕਰਨਾ। ਮੈਂ ਕਹਿੰਦਾ ਤੇਰਾ ਹਾਸ਼ਰ ਤੁਹਾਡੇ ਟੱਬਰ ਦਾ ਬਹੂ ਬਰਨਾਲੇ ਪਰਿਵਾਰ ਵਰਗਾ। ਸੁਰਜੀਤ ਸਿੰਘ ਬਰਨਾਲਾ 1986 'ਚ ਬਲੈਕ ਥੰਡਰ ਕਰਵਾਉਣ ਵਾਲਾ ਅੱਜ ਕਿੱਥੇ ਆ? ਉਹਦਾ ਪੁੱਤ ਪੰਜਾਬ ਦੀ ਸਿਆਸਤ ਵਿੱਚ ਲੱਭੋ। ਜਿਹੜਾ ਬੰਦਾ ਕਦੇ ਮੁੱਖ ਮੰਤਰੀ ਸੀ, ਅੱਜ ਉਹਦੇ ਪੋਤੇ ਇੱਕ MLA ਦੀ ਟਿਕਟ ਨੂੰ ਲੇਲਣੀਆਂ ਕੱਢਦੇ ਫਿਰਦੇ ਆ। ਇਸ ਲਈ ਗੁਰੂ ਦੇ ਉੱਤੇ ਰਾਜਨੀਤੀ ਨਾ ਕਰੋ, ਬੜੇ ਮੁੱਦੇ ਆ ਹੋਰ ਮਸਲਿਆਂ ਤੇ ਕਰ ਲਓ। ਇੱਥੇ ਸਾਡੀ ਆਸਥਾ ਜੁੜੀ ਹੈ ਸਾਡੇ ਸਮਰੱਥ ਸਤਿਗੁਰੂ ਨੇ। ਕਿੱਡਾ ਸ਼ਰਮਨਾਕ ਹੈ, ਛੋਟੇ ਬੱਚੇ ਖਬਰਾਂ ਪੜ੍ਹ ਰਹੇ ਨੇ ਬੇਅਦਬੀ ਦੀਆਂ। ਜਦੋਂ ਨੌਜਵਾਨ ਹੋਣਗੇ ਉਹਨਾਂ ਨੂੰ ਤਾਂ ਇਹ ਆਮ ਖਬਰ ਲੱਗਣ ਲੱਗ ਜੂਗੀ। ਬਿਲਕੁਲ ਉਹਨਾਂ ਦੀ ਤਾਂ ਆਤਮਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਸਾਡੇ ਪੀੜ੍ਹੀ ਦਾ ਹੋ ਰਿਹਾ। ਸੋ ਇਹ ਇਸ ਤੋਂ ਦੁਖਦਾਇਕ ਕੁਝ ਨਹੀਂ ਹੋ ਸਕਦਾ। ਹੁਣ ਅਸੀਂ ਇਹ ਫੈਸਲਾ ਕੀਤਾ ਇੱਥੇ ਜੌਲੀਆਂ ਪਿੰਡ ਨੂੰ ਬਹੁਤ ਅਫਸੋਸ ਹੈ, ਇੱਥੇ ਤਾਂ ਰੋਟੀ ਨਹੀਂ ਪੱਕੀ। ਸਾਰੇ ਪਿੰਡ ਦੇ ਵਿੱਚ ਦੁੱਖ ਮਨਾ ਰਿਹਾ ਸਾਰਾ ਪਿੰਡ। ਇਹਨਾਂ ਨੇ 2 ਜੁਲਾਈ ਨੂੰ ਪ੍ਰਕਾਸ਼ ਕਰਨਾ ਮਹਾਰਾਜ ਜੀ ਦਾ, 4 ਜੁਲਾਈ ਨੂੰ ਪਛਤਾਪ ਸਮਾਗਮ ਹੈ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ 4 ਜੁਲਾਈ ਨੂੰ ਇੱਥੇ ਪਛਤਾਪ ਸਮਾਗਮ ਦੇ ਵਿੱਚ ਪਹੁੰਚਣ। ਪ੍ਰਸ਼ਾਸਨ ਉਸ ਤੋਂ ਪਹਿਲਾਂ ਹੀ ਕੋਈ ਚੰਗੀ ਕਾਰਵਾਈ ਕਰੇ ਤਾਂ ਜੋ ਸਿੱਖ ਸੰਗਤਾਂ ਨੂੰ ਕੋਈ ਵੱਡਾ ਐਕਸ਼ਨ ਨਾ ਦੇਣਾ ਪਵੇ। ਵੈਸੇ ਬਾਜੀ ਸਾਹਿਬ ਸੁਖਾਸਨ 'ਚ ਜੋ 6 ਸਰੂਪ ਸੀ ਉਹ ਪੂਰੇ ਹਿਫਾਜ਼ਤ ਨੇ, ਉਹਨਾਂ ਦਾ ਨੁਕਸਾਨ ਤਾਂ ਨਹੀਂ ਹੋਇਆ? ਬਿਲਕੁਲ ਜੀ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮਹਾਰਾਜ ਦੇ 6 ਸਰੂਪ ਗੁਰੂ ਸਾਹਿਬ ਨੇ ਤਰਸ ਕੀਤਾ। ਉਹ ਸਾਡੇ ਇੱਥੇ ਜੌਲੀਆਂ ਦੇ ਨੌਜਵਾਨਾਂ ਨੂੰ, ਪਿੰਡ ਵਾਲਿਆਂ ਨੂੰ ਇਹ ਸੇਵਾ ਬਖਸ਼ਤੀ ਵੀ ਉਹਨਾਂ ਨੇ ਯਕਦਮ ਹਰਕਤ 'ਚ ਆ ਗਏ ਤੇ ਉਹ ਮਤਲਬ ਉੱਥੇ ਤੱਕ ਅੱਗ ਪਹੁੰਚ ਨਹੀਂ ਸਕੀ। ਉਹ ਬਿਲਕੁਲ ਸੁਰੱਖਿਅਤ ਨੇ। ਇੱਕ ਸਰੂਪ ਜਿਹੜਾ ਇਸ ਤਰ੍ਹਾਂ ਹੋਇਆ ਉਹ ਹੁਣ 4 ਜੁਲਾਈ ਤੱਕ ਤਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੁਭਾਇਮਾਨ ਰਹਿਣਗੇ ਤੇ ਉਸ ਤੋਂ ਬਾਅਦ ਜਿਵੇਂ ਵੀ ਸੰਗਤ ਸਮੁੱਚੇ ਤੌਰ ਤੇ ਫੈਸਲਾ ਕਰੂਗੀ ਉਹ ਹੋਊਗਾ। ਤੇ ਫੈਸਲਾ ਜਿਹੜਾ ਸਾਰੀ ਸੰਗਤ 'ਚ ਹੀ ਹੋਊਗਾ, ਇਹ ਨਹੀਂ ਵੀ ਕੋਈ ਵੱਖਰਾ ਕੀਤਾ। ਤੇ ਅੱਜ ਇੱਥੇ 5-6 ਸਿੱਖ ਨਾਲ ਦਿੱਤੇ ਆ ਪ੍ਰਸ਼ਾਸਨ ਨੂੰ। ਪ੍ਰਸ਼ਾਸਨ ਵਾਲੇ ਵੀ ਕਹਿੰਦੇ ਸੀ ਤੇ ਸੰਗਤ ਵੀ ਚਾਹੁੰਦੀ ਸੀ। SSP ਸਾਹਿਬ ਵੀ ਰਾਤ ਕਹਿ ਕੇ ਗਏ। ਅੱਜ SP ਗੁਰਪ੍ਰੀਤ ਸਕੰਦ ਜੀ ਨੇ, ਉਹਨਾਂ ਨੇ ਕਿਹਾ ਸਾਨੂੰ ਤਾਂ ਖੁਸ਼ੀ ਹੋਊਗੀ ਜੇ ਤੁਸੀਂ 5-6 ਬੰਦੇ ਨਾਲ ਲਾ ਦਿਓ ਸਾਡੇ। ਜਦੋਂ ਤਫਤੀਸ਼ ਹੋਊਗੀ ਤਾਂ ਉਹ 5-6 ਬੰਦੇ ਚੁਣ ਕੇ ਨਾਲ ਦਿੱਤੇ ਆ ਕਿ ਇਹ ਨਾਲ ਥੋੜ੍ਹਾ ਜਿਹਾ ਪੂਰਾ ਹੈਲਪ ਕਰਨਗੇ, ਤਫਤੀਸ਼ ਕਰਨਗੇ ਨਾਲ। 5 ਮੈਂਬਰੀ ਕਮੇਟੀ ਬਣਾਤੀ ਜਾਨੀ ਕਿ ਹਾਂ, ਇੱਕ ਇਹਦੇ 'ਚ ਕੋਈ SGPC ਮੈਂਬਰ ਨੇ, ਰਾਮਪਾਲ ਸਿੰਘ ਬੈਣੀਵਾਲ ਨੇ। ਸੰਗਤ ਨੇ ਇਹ ਫੈਸਲਾ ਕੀਤਾ, ਕੋਈ ਮੇਰਾ ਫੈਸਲਾ ਨਹੀਂ। ਇਹਦੇ 'ਚ 4-5 ਜਣੇ ਹੋਰ ਨੇ, ਅਮਰਜੀਤ ਸਿੰਘ ਹੈ, ਬਚਿੱਤਰ ਸਿੰਘ ਹੈ,
ਰਜਿੰਦਰ ਸਿੰਘ ਹੈ ਤੇ 2 ਪਿੰਡ ਦੇ ਸਰਪੰਚ ਨੇ, ਇੱਕ ਸਾਬਕਾ ਸਰਪੰਚ, ਇੱਕ ਸਰਪੰਚ, ਉਹ ਨਾਲ ਲਾਏ ਨੇ ਵੀ ਪ੍ਰਸ਼ਾਸਨ ਦੇ ਤਫਤੀਸ਼ ਦੇ ਵਿੱਚ ਸ਼ਾਮਲ ਹੋਣ। ਠੀਕ ਹੈ, ਤੁਹਾਨੂੰ ਕੀ ਲੱਗਦਾ ਜਿਵੇਂ ਪਹਿਲੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਚੱਲ ਰਹੀਆਂ ਨੇ, ਲਗਾਤਾਰ ਜਾਰੀ ਨੇ, ਬਾਕੀ ਤਫਤੀਸ਼ ਤੇ ਗੱਲ ਰੁਕ ਜਾਂਦੀ ਹੈ, ਇਨਕੁਆਇਰੀ ਹੁੰਦੀ ਆ, ਸਿੱਟਾਂ ਵੀ ਬਣਦੀਆਂ ਨੇ, ਵਰਗਾੜੀ ਕਾਂਡ ਨੂੰ ਆਪਾਂ ਦੇਖੀਏ ਤਾਂ ਕੀ ਲੱਗਦਾ ਤੁਹਾਨੂੰ ਉਦੋਂ ਬਾਅਦ ਚੋਂ ਸ਼ਾਂਤ ਹੋ ਜਾਂਦੀ ਹੈ, ਗੱਲ ਦੱਬੀ ਜਾਂਦੀ ਹੈ ਵਿੱਚ? ਇਹ ਤਾਂ ਸਰਕਾਰ ਦੀ ਇੱਛਾ ਸ਼ਕਤੀ ਤੇ ਹੈ ਨਾ, ਜੇ ਉਹ ਉਹਨਾਂ ਦੇ ਅੰਦਰ ਇੱਛਾ ਹੋਵੇ ਕੈਪਟਨ ਅਮਰਿੰਦਰ ਸਿੰਘ, ਗੱਲ ਤਾਂ ਕੋਈ ਖਾਸ ਨਹੀਂ। ਬਰਗਾੜੀ ਤਾਂ 15 ਦਿਨ ਦਾ ਮਸਲਾ ਹੱਲ ਹੋਣਾ ਚਾਹੀਦਾ। ਮੌੜ ਬੰਬ ਕਾਂਡ ਦੇਖ ਲਓ, ਜਿੱਥੇ ਮਾਸੂਮਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹ ਤਾਰਾਂ ਸਰਸਾ ਸਾਹਿਬ ਦੇ ਡੇਰੇ ਨਾਲ ਜੁੜਦੀਆਂ ਸੀ, ਉਹ ਵਾਪਸ ਸੱਦ ਲੈਂਦੇ ਆ ਸਿੱਟ ਨੂੰ। ਸਿੱਟ ਦੀ ਥੋੜੀ ਜਿਹੀ ਰੇਂਜ ਰੱਖਦੇ ਆ ਨਾ, ਉਹਦੀ ਵੀ ਇੱਥੇ ਤੱਕ ਜਾਣਾ ਤੁਸੀਂ। ਹੁਣ ਜਿਹੜਾ ਬਰਗਾੜੀ ਤੇ ਹੋ ਰਿਹਾ, ਜਿੱਥੇ ਆਪਾਂ ਦੀਵਾਨ ਲਾਏ ਸੀ ਬੁਰਜਵਾਰ ਸਿੰਘ ਵਾਲੇ ਦੇ ਵਿੱਚ, ਜਦੋਂ ਉੱਥੇ ਲੌਕਟ ਡੇਰਾ ਪ੍ਰੇਮੀਆਂ ਨੇ ਤੋੜ ਕੇ ਸੁੱਟੇ, ਜਿਹੜਾ ਰਿਪੋਰਟਾਂ 'ਚ ਜ਼ਿਕਰ ਆ ਰਿਹਾ, ਉੱਥੋਂ ਗੱਲ ਸ਼ੁਰੂ ਕਰ ਲੈਂਦੇ ਆ, ਲਿਆ ਕੇ 4-5 ਡੇਰਾ ਪ੍ਰੇਮੀਆਂ ਤੇ ਮੁਕਾ ਦਿੰਦੇ ਆ। ਅਸੀਂ ਇਹ ਚਾਹੁੰਦੇ ਆ ਵੀ ਉਸ ਤੋਂ ਅੱਗੇ ਤੋਰੋ। ਉਹ ਜਿਹੜਾ ਜਵਾਈ ਬਣਾ ਕੇ ਰੱਖਿਆ ਸਰਕਾਰਾਂ ਨੇ ਆਪਣਾ, ਮੈਨੂੰ ਸ਼ਰਮ ਆਉਂਦੀ ਹੈ ਸ਼ਬਦ ਬੋਲਦੇ ਆ, ਪਰ ਐਡੀਆਂ ਹਰਕਤਾਂ ਸੌਦਾ ਸਾਧ ਦੇ, ਸਾਡੇ ਤਾਂ ਸਿੱਖਾਂ ਦੇ ਤਾਂ ਪਾਰ ਦਿੰਦੇ ਚੱਡੇ ਜੀ ਇਹ ਹੈ, ਕੋਈ ਫਾਜੇ। ਬੁਰਜਵਾਰ ਸਿੰਘ ਵਾਲਾ ਸਾਡਾ ਬੇਕਸੂਰ ਵੀਰ ਹੈ, ਗੋਰਾ ਸਿੰਘ, ਉਹਦੇ ਉਹ ਕਹਿਰ ਢਾਇਆ, ਉਹਦੇ ਇਕੱਲੇ ਤੇ ਨਹੀਂ, ਉਹਦੀ ਪਤਨੀ ਤੇ, ਉਸ ਭੈਣ ਦੇ ਉੱਤੇ ਇੰਨਾ ਕਹਿਰ ਢਾਇਆ ਕਿ ਉਹਦੀ ਬੱਚੇਦਾਨੀ ਤੱਕ ਪ੍ਰੋਬਲਮ ਆ ਗਈ ਸੀਗੀ ਹੈ। ਤੇ ਜੇ ਕੋਈ ਦੂਜਾ ਇਹਨਾਂ ਦਾ ਡੇਰਾ ਪ੍ਰੇਮੀ ਆ, ਕੋਈ ਦੂਜਾ, ਉਹਨਾਂ ਨੂੰ ਐਂ ਸੇਵਾ ਕਰਦੇ ਆ, ਪੂਰੀ ਉਹਨਾਂ ਦੀ ਸੰਭਾਲ ਕਰਦੇ ਆ। ਕੀ ਮਜਬੂਰੀ ਆ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੋਡਕਸ਼ਨ ਬਰੰਟ ਤੇ ਉਹਨੂੰ ਸੱਦਿਆ ਨਹੀਂ ਜਾ ਸਕਦਾ? ਉਹਨੂੰ ਬਲਾਤਕਾਰੀ ਨੂੰ, ਕਾਤਲ ਨੂੰ, ਜਿਹਨੇ ਕਿੰਨੇ ਸੈਂਕੜੇ ਲੋਕਾਂ ਨੂੰ ਨਪੁੰਸਕ ਬਣਾਤਾ, ਕਿੰਨੀਆਂ ਧੀਆਂ ਭੈਣਾਂ ਦੇ ਇੱਜ਼ਤ ਨਾਲ ਖਿਲਵਾੜ ਕੀਤਾ, ਇਹ ਇਹੋ ਜਿਹੇ ਰਾਖਸ਼, ਇਹੋ ਜਿਹੇ ਅੱਤਵਾਦੀ, ਇਹ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਪੁੱਛਦਾ, ਬਾਦਲ ਕਿਆਂ ਨੂੰ ਪੁੱਛਦਾ, ਜਿਨ੍ਹਾਂ ਨੇ ਕੰਡੇ ਬੀਜੇ ਨੇ, ਜਿਹੜੇ ਹਰੇਕ ਡੇਰੇਦਾਰ ਦੇ ਗਿੱਟਿਆਂ 'ਚ ਜਾ ਕੇ ਬਹਿ ਜਾਂਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਵੇਂ ਅੱਕ ਲਾਉਂਦੇ ਆ ਕਿ ਬਾਦਲ ਤੇ ਕੈਪਟਨ ਉਹ ਦੁਸ਼ਟੋ, ਉਹ ਗਦਾਰੋ, ਉਹ ਡੋਗਰਿਓ, ਤੁਹਾਡੀ ਕੀ ਮਜਬੂਰੀ ਹੈ ਇਹੋ ਜਿਹੇ ਅੱਤਵਾਦੀਆਂ ਨੂੰ ਪੰਜਾਬ 'ਚ ਜੜ੍ਹਾਂ ਲਵਾਉਣ ਦੀ? ਹਜੇ ਵੀ ਬਾਦਲ ਦੇ ਮੂੰਹੋਂ ਦਿਖਾਓ ਸੌਦਾ ਸਾਧ ਬਾਰੇ ਇੱਕ ਸ਼ਬਦ ਬੋਲਿਆ ਹੋਵੇ, ਸੁਖਬੀਰ ਬੋਲਿਆ ਹੋਵੇ, ਜਾਂ ਇਹ ਬੋਲਿਆ ਹੋਵੇ ਕੈਪਟਨ। ਅਜੇ ਤੱਕ ਇਹਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਢੀਠ ਨੂੰ। ਉਦੋਂ ਵੱਧ ਸਾਡੀ ਜਨਤਾ ਨਲਾਇਕ ਹੈ, ਜਿਹੜੇ ਇਹੋ ਜਿਹੇ ਅਯਾਸ਼ੀਆਂ ਨੂੰ, ਨਲਾਇਕਾਂ ਨੂੰ, ਜਿਹੜੇ ਗੁੰਡਾ ਅਨਸਰਾਂ ਨੂੰ ਸਹਿ ਦਿੰਦੇ ਨੇ, ਉਹਨਾਂ ਦੇ ਮਗਰ ਫੇਰ ਇਹੀ ਦੇਖਿਓ ਫੋਟੋਆਂ ਖਿਚਾਉਣਗੇ, ਸ਼ਰਾਬਾਂ ਦੀਆਂ ਬੋਤਲਾਂ ਪਿੱਛੇ ਵੋਟਾਂ ਪਾਉਣਗੇ। ਸੋ ਅਸੀਂ ਛਿੱਤਰਾਂ ਦੇ ਲਾਇਕ ਆ ਤੇ ਸਾਡੇ ਪੈ ਰਹੇ ਆ ਜੀ। ਠੀਕ ਹੈ ਨਾ, ਵੈਸੇ ਬਾਦਲਾਂ ਦੀ ਤੁਸੀਂ ਗੱਲਬਾਤ ਬਾਰ-ਬਾਰ ਕਰਦੇ ਹੁੰਦੇ ਹੋ, ਪਰ ਬਾਦਲ ਪਰਿਵਾਰ ਕਹਿ ਰਿਹਾ ਕਿ ਅਸੀਂ ਸਿੱਖ ਧਰਮ ਨਾਲ ਜੁੜੇ ਹੋਏ ਹਾਂ, ਅਸੀਂ ਡੇਲੀ ਪਾਠ ਕਰਦੇ ਹਾਂ, ਪੂਰੇ ਮਤਲਬ ਕਿਤੇ ਨਾ ਕਿਤੇ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਾਂ ਵੀ ਅਸੀਂ ਸਿੱਖ ਹਾਂ, ਵੀ ਕੈਪਟਨ ਸਾਹਿਬ ਦੋਸ਼ੀਆਂ ਨੂੰ ਸਜ਼ਾ ਦੇਣ। ਚਲੋ ਸਾਡੀ ਸਰਕਾਰ ਤਾਂ ਲੰਘ ਗਈ ਸੀ, ਕੈਪਟਨ ਸਾਹਿਬ ਦਾ ਫਰਜ਼ ਬਣਦਾ। ਕੈਪਟਨ ਨੂੰ ਵੀ ਕਿਹਾ, ਉਹੀ ਆਪਾਂ ਗੱਲ ਕਰੀਏ ਵੀ ਕੈਪਟਨ ਦਾ ਵੀ ਫਰਜ਼ ਤਾਂ ਦੋਨਾਂ ਦਾ ਹੀ ਬਣਦਾ। ਕੈਪਟਨ ਦਾ ਫਰਜ਼ ਬਣਦਾ, ਉਹਨੂੰ ਵੀ ਆਪਾਂ ਲਾਹਣਤਾਂ ਪਾਉਂਦੇ ਹਾਂ ਰੱਜ ਕੇ, ਤੇ ਬਾਦਲਕਿਆਂ ਦਾ ਫਰਜ਼ ਡਬਲ ਇਸ ਕਰਕੇ ਬਣਦਾ, ਉਹ ਪੰਥ ਦੇ ਵੀ ਨਾਲ ਠੇਕੇਦਾਰ ਨੇ, ਗੁਰਦੁਆਰਿਆਂ ਦੀਆਂ ਗੋਲਕਾਂ ਵੀ ਉਹਨਾਂ ਕੋਲ ਨੇ। ਬਾਕੀ ਉਹ ਕਹਿੰਦੇ ਸਾਨੂੰ ਟਾਈਮ ਨਹੀਂ ਮਿਲਿਆ। ਟਾਈਮ ਕਿਉਂ ਨਹੀਂ ਮਿਲਿਆ? 1 ਜੂਨ ਨੂੰ ਬੁਰਜਵਾਰ ਸਿੰਘ ਵਾਲੇ ਤੋਂ ਚੋਰੀ ਹੋ ਗਿਆ ਸੀ, 1 ਜੂਨ 2015 ਨੂੰ ਸਰੂਪ। ਸਭ ਕੁਝ ਹੋ ਸਕਦਾ ਸੀਗਾ। ਸੋ ਇਹ ਕੁੱਲ ਮਿਲਾ ਕੇ ਇਹ ਬਹੁਤ ਬਾਦਲ ਕੇ ਜਿਹੜੇ ਸਿੱਖ ਨੇ ਨਾ, ਇਹਨਾਂ ਦਾ ਤਾਂ ਸਾਡੇ ਕੋਲ ਪੂਰਾ ਚਿੱਠਾ ਪਿਆ, ਇਹ ਤਾਂ ਬਹੁਤ ਨਲਾਇਕ ਨੇ। ਇਹ ਤਾਂ ਜੀ 1970 ਤੋਂ ਸਾਡੇ ਪੰਜਾਬ ਦੇ ਮੁੰਡੇ ਮਾਰਨੇ ਲੱਗੇ ਆ। ਝੂਠੇ ਪੁਲਿਸ ਮੁਕਾਬਲਿਆਂ ਦਾ ਮੈਂ ਤੁਹਾਡੇ ਚੈਨਲ ਤੇ ਅੱਜ ਦੱਸਣਾ ਚਾਹੁੰਦਾ। ਪੰਜਾਬ ਦੇ ਵਿੱਚ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਚੱਲਦੀ ਹੈ ਤਾਂ ਬੇਅੰਤ ਸਿੰਘ ਦਾ ਨਾਂ ਆਉਂਦਾ ਹੈ, ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਰਿਹਾ। ਉਹਨੇ ਤਾਂ ਅੱਤ ਕਰਤੀ ਸੀ ਨਾ, ਮਤਲਬ ਜਿਵੇਂ ਇੱਥੇ ਕਹਿਰ ਢਾਇਆ। ਪਰ ਮੈਂ ਉਸ ਤੋਂ ਪਿੱਛੇ ਜਾਣਾ, 1970 ਤੋਂ ਲੈ ਕੇ 1971 ਤੱਕ 1 ਸਾਲ 79 ਦਿਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਿਹਾ। ਉਸ ਸਮੇਂ ਦੇ ਦੌਰਾਨ ਦਰਜਨਾਂ ਸਾਡੇ ਬੇਕਸੂਰ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ। ਮੈਂ ਉਦਾਹਰਨ ਦਿੰਦਾ, ਸਭ ਤੋਂ ਛੋਟੀ ਉਮਰ ਦਾ 12ਵੀਂ ਜਮਾਤ ਵਿੱਚ ਪੜ੍ਹਨ ਵਾਲਾ ਰਾਮਕਰਨ ਸਿੰਘ, ਜਿਹਦਾ ਝੂਠਾ ਪੁਲਿਸ ਮੁਕਾਬਲਾ ਹੋਇਆ। ਸਭ ਤੋਂ ਵੱਡੀ ਉਮਰ ਦਾ 80-82 ਸਾਲਾ ਬਾਬਾ ਬੂਝਾ ਸਿੰਘ, ਜਿਹੜਾ ਫਲੌਰ ਦੇ ਨੇੜੇ ਪਿੰਡ ਨਗਰ ਹੈ, ਉੱਥੇ ਜਦੋਂ ਘੁੰਮ ਰਿਹਾ ਸੀ ਉਹਨੂੰ ਚੁੱਕ ਲਿਆ, ਜਿਹੜਾ ਫਰੀਡਮ ਫਾਈਟਰ ਵੀ ਸੀਗਾ ਤੇ ਨਕਸਲੀ ਮੂਵਮੈਂਟ ਨਾਲ ਵੀ ਜੁੜਿਆ ਸੀਗਾ ਬੂਝਾ ਸਿੰਘ। ਉਸ ਬੂਝਾ ਸਿੰਘ ਨੂੰ ਚੁੱਕ ਕੇ ਉਹਨੂੰ ਟੌਰਚਰ ਕੀਤਾ, ਉਹਦੇ ਤੇ ਕਹਿਰ ਢਾਇਆ। ਜਸਟਿਸ ਮਾਰਕੁੰਡੇ ਦੀ ਰਿਪੋਰਟ ਦੇ ਵਿੱਚ ਇਹ ਜ਼ਿਕਰ ਹੈ ਕਿ ਜਸਟਿਸ ਮਾਰਕੁੰਡੇ ਹੋਰਾਂ ਨੇ ਤਾਰਕੁੰਡੇ ਸ਼ਬਦ ਹੈ, ਤਾਰਕੁੰਡੇ ਹੋਰਾਂ ਨੇ ਇਹਨੂੰ ਮਤਲਬ ਝੂਠਾ ਪੁਲਿਸ ਮੁਕਾਬਲਾ ਕਰਾਰ ਦਿੱਤਾ ਸੀ। ਅਜਮੇਰ ਸਿੱਧੂ ਦੀ ਬਕਾਇਦਾ ਕਿਤਾਬ ਹੈ, ਬਾਬਾ ਬੂਝਾ ਸਿੰਘ ਦੀ ਸੰਬੰਧ ਵਿੱਚ ਕਿਤਾਬ ਹੈ, ਉਹਦੇ ਵਿੱਚ ਸਾਰਾ ਜ਼ਿਕਰ ਆਇਆ ਹੋਇਆ। ਇਹ ਤਾਂ 1970 ਤੋਂ ਸਾਡਾ ਖੂਨ ਪੀਣ ਲੱਗੇ ਹੋਏ ਆ ਬੇਕਸੂਰਾਂ ਦਾ। ਵੈਸੇ ਜੋ ਵੀ 4 ਜੁਲਾਈ ਦਾ ਸਮਾਗਮ ਰੱਖਿਆ, ਪਸ਼ਚਾਤਾਪ ਸਮਾਗਮ, ਉਸ ਤੋਂ ਬਾਅਦ ਕਿਵੇਂ ਦਾ ਫੈਸਲਾ ਹੋਊਗਾ ਜਾਂ ਗੱਲਬਾਤ ਹੋਊ, ਜਿਵੇਂ ਤਫਤੀਸ਼ ਇਨਕੁਆਇਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਆ?
ਦੇਖੋ ਉਹ ਫੈਸਲਾ ਤਾਂ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਤਫਤੀਸ਼ ਹੀ ਇੰਨੇ ਸੋਹਣੇ ਢੰਗ ਨਾਲ ਹੋਵੇ, ਕੋਈ ਵੱਡਾ ਫੈਸਲਾ ਸੰਗਤ ਨੂੰ ਨਾ ਲੈਣਾ ਪਵੇ। ਅਸੀਂ ਤਾਂ ਇਹੀ, ਕਿਉਂਕਿ ਅਸੀਂ ਪੀਸਫੁਲੀ ਸ਼ਾਂਤਮਈ ਲੋਕ ਹਾਂ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਫੈਸਲਾ ਹੋਊ ਕੋਈ ਇੱਕ ਬੰਦੇ ਦਾ ਨਿੱਜੀ ਤਾਂ ਹੋ ਨਹੀਂ ਸਕਦਾ। ਮੈਂ ਆਪਣੇ ਵੱਲੋਂ ਕੋਈ ਹੋਰ ਸੁਝਾਅ ਦੇ ਦਾਂ, ਸੁਝਾਅ ਸਮੁੱਚੇ ਹੋਣਗੇ। ਫੈਸਲਾ ਇੱਕ ਹੈ ਜਿਹੜਾ ਉਹ ਸੰਗਤ ਨੂੰ 4 ਜੁਲਾਈ ਨੂੰ ਦੱਸ ਦਿੱਤਾ ਜਾਊ। ਸੋ ਇਹ ਸਨ ਭਾਈ ਹਰਜਿੰਦਰ ਸਿੰਘ ਮਾਝੀ ਜੋ ਜੌਲੀਆਂ ਵਿਖੇ ਪਹੁੰਚੇ, ਸਿੱਖ ਸੰਗਤ ਪਹੁੰਚੀ, ਵੱਡੀ ਗਿਣਤੀ 'ਚ ਸੰਤ ਸਮਾਜ ਪਹੁੰਚਿਆ। ਸੋ ਫੈਸਲਾ ਕੀਤਾ ਕਿ 2 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ। ਪਸ਼ਚਾਤਾਪ ਸਮਾਗਮ ਹੋਵੇਗਾ 4 ਜੁਲਾਈ ਨੂੰ। ਭੋਗ ਉਪਰੰਤ ਗੱਲਬਾਤ ਕੀਤੀ ਜਾਵੇਗੀ। ਜਿਵੇਂ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਤਫਤੀਸ਼ ਪੂਰੀ ਕਰਾਂਗੇ। 5 ਮੈਂਬਰੀ ਕਮੇਟੀ ਵੀ ਬਣਾਈ ਆ ਜੋ ਸੰਤ ਸਮਾਜ ਚੋਂ 5 ਮੈਂਬਰੀ ਕਮੇਟੀ ਨਾਲ ਕੰਮ ਕਰੂ, ਪੁਲਿਸ ਪ੍ਰਸ਼ਾਸਨ ਦੀ ਸਲਾਹ ਨਾਲ ਕੰਮ ਕਰੂ। ਸੋ ਮਿਲ ਕੇ ਕੰਮ ਕਰਨਗੇ। ਪੁਲਿਸ ਪ੍ਰਸ਼ਾਸਨ ਨੇ ਵੀ ਕਿਹਾ ਕਿ ਸਾਨੂੰ ਮਨਜ਼ੂਰ ਆ 5 ਮੈਂਬਰੀ ਕਮੇਟੀ ਤੁਹਾਡੀ ਨਾਲ ਹੋਵੇ ਤੇ ਸਾਡੀ ਤਫਤੀਸ਼ ਪੂਰੀ ਵਧੀਆ ਤਰੀਕੇ ਨਾਲ ਹੋਵੇਗੀ। ਸੋ 4 ਜੁਲਾਈ ਦਿਨ ਐਤਵਾਰ ਨੂੰ ਇੱਥੇ ਸਿੱਖ ਸੰਗਤ ਵੱਲੋਂ ਪਸ਼ਚਾਤਾਪ ਸਮਾਗਮ ਰੱਖਿਆ ਗਿਆ ਜੌਲੀਆਂ ਪਿੰਡ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤ ਸਮਾਜ ਆਗੂ ਤੇ ਸਿੱਖ ਸੰਗਤ ਪਹੁੰਚੇਗੀ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।